तिस ते दूर कहाँ को जाए, उबरै राखण हार ते आए। तिस ते दूर कहाँ को जाए, उबरै राखण हार ते आए। निरभਉ जपै सगल भਉ मिटै, प्रभ कृपा ते प्राणी छुटै। जिस प्रभ राखै तिस नाहि दुख, नाम जपत मन होवत सूख। चिंता जाए मिटै अहंकार, तिस जन को कोय न पहुँचन हार। सिर ऊपर ठांडा गुर सूरा, नानक ताके कारज पूरा। सिर ऊपर ठांडा गुर सूरा, नानक ताके कारज पूरा। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਪੂ ਜੀ ਦੇ ਪਾਵਨ ਚਰਨਾਂ ਦਾ ਆਓ ਜੀ ਪਿਆਰ ਸਤਿਕਾਰ ਨਾਲ ਨਿੱਘਾ ਧਿਆਨ ਧਰੀਏ। ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਅਸੀਸ ਬਖਸ਼ੀਸ਼ ਪਾਵਨ ਗੁਰੂ ਫਤਿਹ ਦੇ ਨਾਲ ਸਾਂਝ ਪਾਈਏ ਜੀ। ਜਿਤਨੇ ਵੀ ਆਪ ਸ਼੍ਰੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਨਾਲ ਜੁੜੇ ਹੋ, ਸਾਰੇ ਸਤਿਕਾਰ ਨਾਲ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, 22 ਨੰਬਰ ਅਸ਼ਟਪਦੀ ਦੀ ਆਪ ਜੀ ਨੇ 7ਵੀਂ ਪੌੜੀ ਦਾ ਪਾਠ ਦਾਸ ਪਾਸੋਂ ਹੁਣੇ ਸਰਵਣ ਕੀਤਾ ਹੈ, ਜਿਸ ਪੌੜੀ ਦੇ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬੰਦੇ ਨੂੰ ਬੜੀਆਂ ਪਿਆਰੀਆਂ ਗੱਲਾਂ ਸਮਝਾਈਆਂ ਨੇ। ਸਭ ਤੋਂ ਵੱਡੀ ਗੱਲ ਜਿਹੜੀ ਇਸ ਪੌੜੀ ਦੇ ਵਿੱਚ ਆਖੀ ਗਈ ਕਿ ਪਰਮਾਤਮਾ ਜਿਹੜਾ ਹੈ ਉਹਦੇ ਤੋਂ ਬਾਹਰ ਇਨਸਾਨ ਕਿੱਥੇ ਜਾ ਸਕਦਾ ਹੈ। ਭਾਵ ਜੇਕਰ ਇਨਸਾਨ ਚਾਹੇ ਵੀ ਤਾਂ ਵੀ ਉਹ ਪਰਮਾਤਮਾ ਤੋਂ ਬਾਹਰ ਨਹੀਂ ਜਾ ਸਕਦਾ। ਉਹ ਪਰਮਾਤਮਾ ਦੇ ਵਿੱਚ ਹੀ ਜਿਉਂਦਾ ਹੈ। ਪਰਮਾਤਮਾ ਦੇ ਅਨੁਸ਼ਾਸਨ, ਪਰਮਾਤਮਾ ਦੇ ਕਾਨੂੰਨ, ਪਰਮਾਤਮਾ ਦੇ ਨਿਯਮ ਵਿੱਚ ਜਿਉਂਦਾ ਹੈ। ਜਿਵੇਂ ਕਰ ਕੋਈ ਇਨਸਾਨ ਇਹ ਸੋਚੇ ਵੀ ਮੈਂ ਆਪਣੇ ਪਿਓ ਦਾ ਅੰਸ਼ ਆਪਣੇ ਚੋਂ ਬਾਹਰ ਕੱਢ ਦੇਵਾਂ, ਆਪਣੀ ਮਾਂ ਦਾ ਸੁਭਾਅ ਆਪਣੇ ਚੋਂ ਬਾਹਰ ਕੱਢ ਦੇਵਾਂ, ਆਪਣੇ ਪਿਓ ਦਾ ਸਰੂਪ ਆਪਣੇ ਤੋਂ ਬਾਹਰ ਕੱਢ ਦੇਵਾਂ ਤਾਂ ਕਿ ਕੋਈ ਮੈਨੂੰ ਪਹਿਚਾਣੇ ਨਾ, ਕੋਈ ਇਹ ਨਾ ਕਹਿ ਸਕੇ ਵੀ ਇਹ ਜਿਹੜਾ ਇਨਸਾਨ ਹੈ ਇਹ ਫਲਾਣੇ ਦਾ ਬੱਚਾ ਹੈ। ਉਹਦਾ ਸੁਭਾਅ ਉਹਦੇ ਅੰਦਰ ਰਹੇਗਾ, ਉਹਦੇ ਗੁਣ ਉਹਦੇ ਅੰਦਰ ਮੌਜੂਦ ਹੋਣਗੇ, ਉਹਦੇ ਜੀਨਸ ਉਹਦੇ ਅੰਦਰ ਮੌਜੂਦ ਹੋਣਗੇ। ਉਹਨਾਂ ਨੂੰ ਆਪਣੇ ਆਪ ਤੋਂ ਦੂਰ ਕਰਨਾ, ਉਸ ਪਰਛਾਵੇਂ ਨੂੰ ਦੂਰ ਕਰਨਾ ਬਹੁਤ ਔਖਾ ਹੈ। ਸ਼ਕਲ ਤਾਂ ਕੋਈ ਇਨਸਾਨ ਚੇਂਜ ਕਰ ਸਕਦਾ, ਪਰ ਜੋ ਉਹਦੇ ਅੰਦਰ ਮੌਜੂਦ ਹੈ ਉਹਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਮੇਰੇ ਬਾਪੂ ਜੀ ਨੇ ਆਖਿਆ, ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਜਿਉਣ ਵਾਲੇ ਬੰਦੇ, ਤੂੰ ਚਾਹ ਕੇ ਵੀ ਪਰਮਾਤਮਾ ਤੋਂ ਪਰੇ ਨਹੀਂ ਜਾ ਸਕਦਾ, ਤੂੰ ਚਾਹ ਕੇ ਵੀ ਰੱਬ ਤੋਂ ਦੂਰ ਨਹੀਂ ਜਾ ਸਕਦਾ। ਜੇ ਤੂੰ ਇਹ ਸੋਚ ਕੇ ਚੱਲਦਾ ਕਿ ਮੇਰਾ ਫਾਇਦਾ ਇਹਦੇ ਵਿੱਚ ਹੈ ਵੀ ਮੈਂ ਰੱਬ ਤੋਂ ਪਰਾਂ ਜਾਵਾਂ, ਰੱਬ ਤੋਂ ਦੂਰ ਜਾਵਾਂ, ਤੇ ਇਹ ਤੇਰੀ ਸਭ ਤੋਂ ਵੱਡੀ ਮੂਰਖਤਾ ਹੈ। ਮੇਰੇ ਗੁਰਦੇਵ ਬਾਪੂ ਜੀ ਨੇ ਤਦ ਹੀ ਪਾਵਨ ਬਾਣੀ ਦੇ ਹਰੇਕ ਪੰਨੇ ਤੇ ਹਰੇਕ ਸਫੇ ਤੇ ਹਰੇਕ ਸ਼ਬਦ ਵਿੱਚ ਇਹ ਗੱਲ ਆਖੀ ਹੈ, ਬੰਦਿਆ ਤੈਨੂੰ ਸਮਝ ਨਹੀਂ ਆ ਰਹੀ, ਪਰਮਾਤਮਾ ਦੇ ਨਾਮ ਤੋਂ ਬਗੈਰ ਤੂੰ ਨਿਕੰਮਾ ਹੈ, ਨਿਮਾਣਾ ਹੈ, ਨਿਤਾਣਾ ਹੈ। ਤੇਰੀ ਧਿਰ ਪਰਮਾਤਮਾ ਹੈ, ਤੇਰਾ ਓਟ ਆਸਰਾ ਪਰਮਾਤਮਾ ਹੈ, ਤੇਰਾ ਜੀਵਨ ਪਰਮਾਤਮਾ ਹੈ। ਬਸ ਜਿਸ ਦਿਨ ਸਾਨੂੰ ਇਸ ਗੱਲ ਦੀ ਸਮਝ ਲੱਗ ਗਈ ਨਾ ਕਿ ਆਪਾਂ ਉਹਦੇ ਤੋਂ ਬਗੈਰ ਕਿਸੇ ਜੋਗੇ ਵੀ ਨਹੀਂ ਹਾਂ, ਉਸ ਦਿਨ ਸਾਡਾ ਜੀਵਨ ਸਫਲ ਹੋ ਜਾਣਾ। ਪ੍ਰੋਬਲਮ ਇਸੇ ਗੱਲ ਦੀ ਹੈ ਕਿ ਸਾਨੂੰ ਇਸ ਚੀਜ਼ ਦੀ ਸਮਝ ਨਹੀਂ ਲੱਗ ਰਹੀ, ਇਸ ਗੱਲ ਦੀ ਸਮਝ ਨਹੀਂ ਲੱਗ ਰਹੀ, ਇਹ ਗੱਲ ਸਾਡੇ ਪੱਲੇ ਨਹੀਂ ਪੈ ਰਹੀ। ਇਸ ਲਈ ਆਪਾਂ ਜਗ੍ਹਾ ਜਗ੍ਹਾ 'ਤੇ ਟੱਕਰਾਂ ਮਾਰ ਕੇ ਆਪਣਾ ਜੀਵਨ ਬਰਬਾਦੀ ਦੇ ਕਿਨਾਰੇ 'ਤੇ ਲਿਆ ਕੇ ਖੜਾ ਕਰ ਰਹੇ ਹਾਂ। ਸ਼ੇਖ ਫਰੀਦ ਸਾਹਿਬ ਦੇ ਕੋਲ ਇੱਕ ਵਾਰੀ ਕੋਈ ਇਨਸਾਨ ਪਹੁੰਚਿਆ, ਉਹਨੇ ਆ ਕੇ ਬੜੀ ਪਿਆਰੀ ਇਹ ਗੱਲ ਆਖੀ। ਉਹਨਾਂ ਨੇ ਆਖਿਆ, ਫਰੀਦ ਸਾਹਿਬ ਜੀ ਜਿਹੜਾ ਜੀਵਨ ਹੈ ਸਾਡਾ ਇਹ ਕਿਸ ਤਰ੍ਹਾਂ ਦਾ ਹੈ ਵੀ ਸਾਡੀ ਸਮਝ ਵਿੱਚ ਨਹੀਂ ਆ ਰਿਹਾ। ਫਰੀਦ ਸਾਹਿਬ ਨੇ ਕਿਹਾ, ਜਿਹੜੀ ਚੀਜ਼ ਸਮਝ ਵਿੱਚ ਆਉਣੀ ਚਾਹੀਦੀ ਸੀ ਉਹੀ ਤੇਰੀ ਸਮਝ ਵਿੱਚ ਨਹੀਂ ਆ ਰਹੀ। ਆਪਾਂ ਕੀ ਕਰਦੇ ਹਾਂ, ਆਪਾਂ ਇਹ ਸੋਚਦੇ ਹਾਂ ਉਹ ਸਾਡੀ ਸਮਝ ਵਿੱਚ ਆ ਜਾਏ, ਉਹ ਸਾਡੀ ਸਮਝ ਵਿੱਚ ਆ ਜਾਏ। ਇਹ ਜ਼ਰੂਰੀ ਨਹੀਂ, ਆਪਾਂ ਦੂਜਿਆਂ ਨੂੰ ਆਪਣੀ ਸਮਝ ਵਿੱਚ ਲਿਆਉਣ ਦਾ ਯਤਨ ਕਰਦੇ ਹਾਂ, ਪਰ ਦੂਸਰਿਆਂ ਨੂੰ ਆਪਣੀ ਸਮਝ ਵਿੱਚ ਲਿਆਉਣ ਦੀ ਬਜਾਏ ਅਸੀਂ ਖੁਦ ਨੂੰ ਆਪਣੀ ਸਮਝ ਵਿੱਚ ਲੈ ਕੇ ਆਈਏ ਸਾਡਾ ਜੀਵਨ ਕੀ ਹੈ। ਜਿਹੜੇ ਜੀਵਨ ਦੇ ਨਾਲ ਅਸੀਂ 90 ਸਾਲ 100 ਸਾਲ ਜਿਉਂਦੇ ਹਾਂ, ਆਪਾਂ ਉਸੇ ਜੀਵਨ ਨੂੰ ਕਦੀ ਸਮਝਦੇ ਹਾਂ, ਉਸ ਜੀਵਨ ਨੂੰ ਕਦੀ ਦੇਖਦੇ ਹਾਂ,
ਉਹਦੇ ਵਿੱਚ ਕਦੇ ਜਿਉਨੇ ਆ ਨਹੀਂ, ਬਸ ਗੁਜ਼ਾਰ ਕੇ ਚਲੇ ਜਾਂਦੇ ਆ। ਆਪਾਂ ਇੱਕ ਆਪਣੀ ਜ਼ਿੰਦਗੀ ਨੂੰ ਬੋਝ ਸਮਝ ਲੈਂਦੇ ਹਾਂ ਕਈ ਵਾਰੀ। ਮੈਂ ਕਿਹਾ ਕਰਦਾ, ਲਾਈਫ ਨੂੰ ਕਦੇ ਬੋਝ ਨਾ ਸਮਝਿਓ, ਜ਼ਿੰਦਗੀ ਨੂੰ ਕਦੇ ਬੋਝ ਨਾ ਸਮਝਿਓ। ਜਿਹੜੇ ਲੋਕ ਆਪਣੀ ਲਾਈਫ ਨੂੰ, ਆਪਣੀ ਜ਼ਿੰਦਗੀ ਨੂੰ ਬੋਝ ਸਮਝ ਕੇ ਜਿਉਂਦੇ ਨੇ, ਉਹ ਇਨਸਾਨ ਭੰਗ ਦੇ ਪਹਾੜੀ ਆਪਣਾ ਜੀਵਨ ਗਵਾ ਕੇ ਚਲੇ ਜਾਂਦੇ ਨੇ। ਜੇਕਰ ਤੁਸੀਂ ਅੱਖ ਪੁੱਟ ਕੇ ਵੇਖੋ, ਤੁਸੀਂ ਇਹ ਸੋਚਦੇ ਹੋ ਤੁਹਾਡੀ ਜ਼ਿੰਦਗੀ ਖਤਮ ਹੋ ਗਈ। ਕਈ ਵਾਰੀ ਲਾਈਫ ਦੇ ਵਿੱਚ ਇਦਾਂ ਦੇ ਭਾਣੇ ਵਾਪਰਦੇ ਨੇ, ਸਾਨੂੰ ਲੱਗਦਾ ਸਾਡੀ ਲਾਈਫ ਖਤਮ ਹੋ ਗਈ, ਸਾਡੀ ਜ਼ਿੰਦਗੀ ਬਰਬਾਦ ਹੋ ਗਈ, ਸਾਡੀ ਜ਼ਿੰਦਗੀ ਖਤਮ ਹੋ ਗਈ। ਅਸਲ ਦੇ ਵਿੱਚ ਇਹ ਸਾਡੀਆਂ ਗਲਤੀਆਂ ਹੁੰਦੀਆਂ ਨੇ। ਸਾਡੀ ਜ਼ਿੰਦਗੀ ਖਤਮ ਨਹੀਂ ਹੋ ਰਹੀ ਹੁੰਦੀ, ਸਾਡੀ ਜ਼ਿੰਦਗੀ ਬਣ ਰਹੀ ਹੁੰਦੀ ਹੈ, ਪਰ ਅਸੀਂ ਕੇਵਲ ਤੇ ਕੇਵਲ ਉਲਟ ਸੋਚ ਕੇ ਚੱਲਦੇ ਹਾਂ, ਜਿਸ ਦੇ ਦਾਇਰੇ ਦੇ ਵਿੱਚ ਅਸੀਂ ਆਪਣੀ ਲਾਈਫ ਨੂੰ ਆਪਣੇ ਹੱਥੀਂ ਬਰਬਾਦ ਕਰ ਲੈਂਦੇ। ਫਰੀਦ ਸਾਹਿਬ ਨੇ ਕਿਹਾ, ਤੇਰਾ ਜੀਵਨ ਜਿਹੜਾ ਨਾ, ਉਹ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਇੱਕ ਨਦੀ ਦਾ ਕਿਨਾਰਾ ਹੁੰਦਾ ਨਾ, ਨਦੀ ਦਾ ਜਿਹੜਾ ਕਿਨਾਰਾ ਹੁੰਦਾ, ਦਰਿਆ ਦਾ ਕਿਨਾਰਾ ਹੁੰਦਾ, ਕਹਿੰਦੇ ਉਹਦੇ ਕਿਨਾਰੇ 'ਤੇ ਲੱਗਾ ਹੋਇਆ ਜਿਹੜਾ ਬੂਟਾ ਹੁੰਦਾ ਨਾ, ਬੰਦਿਆ ਤੇਰਾ ਜੀਵਨ ਇਸ ਤਰ੍ਹਾਂ ਦਾ ਹੈ। ਕੋਈ ਪਤਾ ਨਹੀਂ ਕਿ ਕਿਹੜੇ ਵਕਤ ਜਿਹੜਾ ਨਾ ਉਹ ਨਦੀ ਨੇ ਆਪਣਾ ਜ਼ੋਰ ਫੜਨਾ, ਲਹਿਰਾਂ ਆਉਣੀਆਂ ਨੇ ਤੇ ਤੇਰੇ ਇਸ ਬੂਟੇ ਨੂੰ ਉਹ ਜੜ੍ਹਾਂ ਤੋਂ ਉਹ ਖਿੜ ਕੇ ਉਹਨਾਂ ਨੇ ਲੈ ਜਾਣਾ। ਪਰ ਬੰਦਾ ਕੁਝ ਹੋਰ ਸੋਚ ਕੇ ਚੱਲਦਾ, ਬੰਦਾ ਸਮਝਦਾ ਹੀ ਨਹੀਂ ਇਸ ਗੱਲ ਨੂੰ। ਫਰੀਦ ਸਾਹਿਬ ਨੇ ਕਿਹਾ, ਜੇਕਰ ਆਪਾਂ ਇਹ ਸੋਚ ਕੇ ਚੱਲਾਂਗੇ ਕਿ ਆਪਾਂ ਕਿਸੇ ਵੀ ਟਾਈਮ ਡਿੱਗ ਸਕਦੇ ਹਾਂ, ਕਿਸੇ ਵੀ ਟਾਈਮ ਖਤਮ ਹੋ ਸਕਦੇ ਹਾਂ, ਤੇ ਅਸੀਂ ਵੱਧ ਤੋਂ ਵੱਧ ਜੀਵਾਂਗੇ, ਵੱਧ ਤੋਂ ਵੱਧ ਮਾਣਾਂਗੇ ਆਪਣੀ ਲਾਈਫ ਨੂੰ, ਵੱਧ ਤੋਂ ਵੱਧ ਚੰਗੇ ਕੰਮ ਕਰਾਂਗੇ। ਸ਼੍ਰੀ ਗੁਰੂ ਅਰਜਨ ਸਾਹਿਬ ਨੇ ਕਿਹਾ, ਤਿਸ ਤੇ ਦੂਰ ਕਹਾਂ ਕੋ ਜਾਏ, ਕੋ ਭਾਵ ਕੋਈ ਇਨਸਾਨ ਉਹਦੇ ਤੋਂ ਦੂਰ ਕਿੱਥੇ ਜਾ ਸਕਦਾ। ਕਿੱਥੇ ਭੱਜ ਲਵਾਂਗੇ ਆਪਾਂ, ਕਿੱਥੇ ਦੌੜ ਲਵਾਂਗੇ ਆਪਾਂ। ਆਖਰਕਾਰ ਤਾਂ ਆਪਾਂ ਰਹਿਣਾ ਉਹਦੇ ਵਿੱਚ ਹੀ। ਜਿੰਨੀ ਮਰਜ਼ੀ ਦੌੜ ਲਾ ਲਓ। ਜਿਸ ਤਰ੍ਹਾਂ ਕੋਲੂ ਜਿਹੜਾ ਹੁੰਦਾ ਨਾ, ਉਹਦੇ ਸਾਹਮਣੇ ਬੈਲ ਹੁੰਦੇ ਨੇ, ਬੈਲ ਬਲਦ, ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਪੱਟੀ ਬੰਨੀ ਹੁੰਦੀ ਜਾਂ ਖੋਪੇ ਲਾਏ ਹੁੰਦੇ ਆ, ਵਿਚਾਰੇ ਇੱਦਾਂ ਤੁਰੀ ਜਾਂਦੇ। ਸ਼ਾਮ ਹੁੰਦੀ ਹੈ, ਜਦੋਂ ਉਹਨਾਂ ਦੇ ਖੋਪੇ ਉਤਾਰੇ ਜਾਂਦੇ, ਉਹ ਕੀ ਦੇਖਦੇ, ਆਪਾਂ ਉੱਥੇ ਖੜੇ, ਕਿੱਥੇ ਚਲੇ ਜਾਓਗੇ। ਜਿਵੇਂ ਗੋਲ ਇੱਕ ਗੁਬਾਰਾ ਹੈ, ਭਕਾਨਾ ਹੈ, ਉਹਦੇ ਵਿਚਕਾਰ ਕੋਈ ਇਨਸਾਨ ਦੌੜ ਲਾਈ ਜਾਵੇ, ਬਾਹਰ ਤਾਂ ਨਹੀਂ ਜਾਏਗਾ ਨਾ, ਤੂੰ ਰਹਿਣਾ ਉਹਦੇ ਅੰਦਰ ਹੀ ਹੈ, ਜਿੰਨੀ ਮਰਜ਼ੀ ਦੌੜ ਲਾ ਲਾ ਤੂੰ। ਰੱਬੀ ਸਿਸਟਮ ਕੁਝ ਇਸ ਤਰ੍ਹਾਂ ਦਾ ਹੈ ਕਿ ਅਸੀਂ ਚਾਹ ਕੇ ਵੀ ਦੂਰ ਨਹੀਂ ਜਾ ਸਕਦੇ, ਚਾਹ ਕੇ ਵੀ ਬਾਹਰ ਨਹੀਂ ਭੱਜ ਸਕਦੇ, ਪਰ ਆਪਾਂ ਸੋਚਦੇ ਹਾਂ ਸ਼ਾਇਦ ਅਸੀਂ ਰੱਬ ਤੋਂ ਜ਼ਿਆਦਾ ਸਿਆਣੇ ਹੋ ਗਏ। ਸਤਿਗੁਰੂ ਕਹਿੰਦੇ ਨੇ, ਉਭਰੈ ਰਾਖਣ ਹਾਰ ਧਿਆਏ, ਤੂੰ ਬਚ ਉਦੋਂ ਹੀ ਸਕਦਾ ਜਦੋਂ ਤੂੰ ਪਰਮਾਤਮਾ ਨੂੰ ਯਾਦ ਕਰੇਂਗਾ। ਤੂੰ ਬਚੇਗਾ ਉਦੋਂ ਜਦੋਂ ਤੂੰ ਰੱਬ ਨੂੰ ਯਾਦ ਕਰੇਂਗਾ। ਤੇਰਾ ਜੀਵਨ ਉਦੋਂ ਹੀ ਸੇਫ ਹੋਣਾ ਜਦੋਂ ਪਰਮਾਤਮਾ ਦੀ ਹੋਂਦ ਦੇ ਵਿੱਚ ਜੂਏਂਗਾ, ਉਹਦੇ ਗੁਣਾਂ ਨੂੰ ਆਪਣੇ ਅੰਦਰ ਜਿਹੜਾ ਉਹ ਧਾਰਨ ਕਰੇਂਗਾ, ਫਿਰ ਤੇਰਾ ਬਚਾ ਹੋਣਾ। ਕਿਹੜੀਆਂ ਚੀਜ਼ਾਂ ਤੋਂ ਬਚਾਅ ਦੀ ਗੱਲ ਕਰਦੇ ਸਤਿਗੁਰੂ? ਮਾੜੀਆਂ ਕੰਮਾਂ ਤੋਂ, ਵਿਕਾਰਾਂ ਤੋਂ, ਬੁਰਾਈਆਂ ਤੋਂ, ਗੰਦਗੀ ਤੋਂ, ਉਸ ਜੰਜਾਲ ਤੋਂ ਜਿਹਦੇ ਵਿੱਚ ਪੈ ਕੇ ਆਪਣੀ ਇਸ ਅਮੋਲਕ ਹੀਰਿਆਂ ਮੋਤੀਆਂ ਤੋਂ ਵੀ ਅਮੋਲਕ ਲਾਈਫ ਨੂੰ ਆਪਣੇ ਹੱਥੀਂ ਬਰਬਾਦ ਕਰ ਰਹੇ ਹੁੰਦੇ ਆ। ਬਚਾਉਂਦਾ ਤਾਂ ਮੇਰਾ ਸਤਿਗੁਰੂ ਹੈ। ਜ਼ਿੰਦਗੀ ਦੇ ਹਰ ਇੱਕ ਮੋੜ ਉੱਤੇ, ਜਿਵੇਂ ਸਤਿਗੁਰੂ ਨੇ ਆਖਿਆ ਨਾ ਕਿ ਭੁੱਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ। ਜਿੰਨਾ ਮਰਜ਼ੀ ਬੰਦਾ ਭੁੱਲਿਆ ਹੋਵੇ, ਮਾੜਾ ਕਰਮ ਕਰਨ ਵਾਲਾ ਹੋਵੇ, ਪਰ ਜਦੋਂ ਉਹ ਗੁਰੂ ਦੇ ਪਾਵਨ ਸ਼ਰਨ ਵਿੱਚ ਆ ਜਾਏ, ਆਖੇ ਸਤਿਗੁਰਾ ਮੈਂ ਤੁਧ ਬਿਨ ਅਵਰ ਨਾ ਕੋਏ, ਮੇਰਾ ਤੇਰੇ ਤੋਂ ਬਗੈਰ ਕੋਈ ਨਹੀਂ, ਫਿਰ ਗੁਰੂ ਬਾਂਹ ਪਕੜ ਕੇ ਉਹਨੂੰ ਸਹੀ ਰਸਤੇ 'ਤੇ ਪਾਉਂਦਾ। ਪਰ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਬਹਿਣਾ ਜਾਂ ਗੁਰੂ ਦੀ ਨਿਗਾਹ ਦੇ ਹੇਠ ਆਉਣਾ ਕਦੋਂ ਲਾਇਕ ਕਰਾਂਗੇ, ਕਦੋਂ ਸਮਝਾਂਗੇ, ਇਹ ਸਾਡੇ 'ਤੇ ਡਿਪੈਂਡ। ਸਤਿਗੁਰੂ ਅੱਗੇ ਕੀ ਕਹਿੰਦੇ ਨੇ? ਨਿਰਭਉ ਜਪੈ ਸਗਲ ਭਉ ਮਿਟੈ। ਜਿਹੜਾ ਇਨਸਾਨ ਐਸੇ ਪ੍ਰਮਾਤਮਾ ਨੂੰ ਯਾਦ ਕਰੇ, ਜਿਹੜਾ ਪ੍ਰਮਾਤਮਾ ਕਦੇ ਵੀ ਕਿਸੇ ਤੋਂ ਨਹੀਂ ਡਰਦਾ, ਉਹਨੂੰ ਯਾਦ ਕਰਨ ਵਾਲਾ ਇਨਸਾਨ ਵੀ ਐਸਾ ਹੀ ਹੋ ਜਾਂਦਾ। ਉਹਨੂੰ ਕਦੇ ਦੁਨੀਆ ਵਿੱਚ ਕਿਸੇ ਦਾ ਡਰ ਨਹੀਂ ਹੁੰਦਾ ਸਿਵਾਏ ਗੁਰੂ ਤੋਂ, ਸਿਵਾਏ ਪ੍ਰਮਾਤਮਾ ਤੋਂ। ਉਹ ਜੇਕਰ ਭੈ ਭਾਵਨੀ ਰੱਖਦਾ ਤੇ ਗੁਰੂ ਦੀ ਰੱਖਦਾ, ਭੈ ਭਾਵਨੀ ਰੱਖਦਾ ਤੇ ਰੱਬ ਦੀ ਰੱਖਦਾ, ਇਹਦੇ ਤੋਂ ਇਲਾਵਾ ਉਹ ਦੂਸਰਿਆਂ ਦੇ ਮੂਹਰੇ ਝੁਕਦਾ ਹੀ ਨਹੀਂ, ਤੇ ਨਾ ਉਹ ਕਿਸੇ ਹੋਰ ਤੋਂ ਡਰਦਾ ਹੈ। ਉਹ ਡਰਦਾ ਹੈ ਤੇ ਕੇਵਲ ਇੱਕ ਨਿਰੰਕਾਰ ਤੋਂ ਡਰਦਾ ਹੈ ਤੇ ਇੱਕ ਪਰਮਾਤਮਾ ਤੋਂ। ਜਿਸ ਦਿਨ ਆਪਾਂ ਦੁਨੀਆ ਤੋਂ ਡਰਨਾ ਬੰਦ ਕਰ ਦੇਵਾਂਗੇ, ਉਸ ਦਿਨ ਰੱਬ ਦਾ ਡਰ ਸਮਝਾਂਗੇ। ਦੁਨੀਆ ਦੇ ਡਰ ਵਿੱਚ ਜਿਉਣ ਵਾਲਾ ਬੰਦਾ ਹਰ ਵਕਤ ਮਰਦਾ ਹੈ, ਪਲ ਪਲ ਵਿੱਚ ਮਰਦਾ ਹੈ। ਉਹ ਜ਼ਿੰਦਗੀ ਜਿਹੜੀ ਬੋਝ ਸਮਝ ਲੈਂਦਾ ਹੈ। ਡਰਿਆ ਨਾ ਕਰੋ, ਦੁਨੀਆ ਤੋਂ ਨਾ ਡਰੋ। ਕਿਉਂ ਡਰਨਾ? ਜਿਨ੍ਹਾਂ ਤੋਂ ਡਰ ਰਹੇ ਉਹਨਾਂ ਵੀ ਤਾਂ ਮਰ ਮੁਰ ਜਾਣਾ। ਫਿਰ ਕਿਉਂ ਡਰ ਕੇ ਜੀਏ? ਆਪਾਂ ਜੀਓ ਸਿਰ ਨੀਵਾਂ ਨਹੀਂ, ਸਿਰ ਉੱਚਾ ਕਰਕੇ ਜੀਓ। ਇਸ ਤਰ੍ਹਾਂ ਜੀਓ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਕੀ ਪੌਲ ਦੇ ਕੇ ਕਿਹਾ ਸੀ, ਅੱਜ ਤੋਂ ਬਾਅਦ ਇਹ ਸਮਝ ਲਿਓ ਤੁਹਾਡਾ ਜਨਮ ਹੋ ਗਿਆ ਨਵਾਂ। ਘਬਰਾਓ ਨਾ, ਡਰੋ ਨਾ, ਨਾ ਬਾਹਮਣਾਂ ਦੇ ਜੰਜਾਲਾਂ ਤੋਂ ਡਰੋ, ਵਹਿਮਾਂ ਤੋਂ ਡਰੋ, ਨਾ ਸਰਕਾਰੀ ਜ਼ੁਲਮ ਤੋਂ ਡਰੋ। ਇੱਜ਼ਤ ਮਾਣ ਸਤਿਕਾਰ ਨਾਲ ਜੀਓ, ਪੱਗ ਉੱਚੀ ਕਰਕੇ ਜੀਓ, ਸੀਨਾ ਤਾਣ ਕੇ ਜੀਓ। ਡਰ ਕੇ ਜਿਉਣ ਵਾਲਾ ਇਨਸਾਨ ਜਿਹਦੀ ਇੱਜ਼ਤ ਹੀ ਕੋਈ ਨਾ ਹੋਵੇ, ਉਹ ਤਾਂ ਮਰੇ ਤੋਂ ਵੀ ਬਦਤਰ ਹੈ।
ਜੇ ਆਪਾਂ ਸਮਾਜ ਵਿੱਚ ਰਹਿਣਾ ਇਸ ਤਰ੍ਹਾਂ ਰਹੋ, ਮਾਣ ਸਤਿਕਾਰ ਨਾਲ, ਵਹਿਮਾਂ ਭਰਮਾਂ ਤੋਂ ਵੀ ਨਹੀਂ ਡਰਨਾ, ਤੇ ਡਰਨਾ ਤੇ ਰੱਬ ਤੋਂ ਡਰਨਾ, ਡਰਨਾ ਤੇ ਗੁਰੂ ਤੋਂ ਡਰਨਾ, ਕਿਸੇ ਹੋਰ ਤੋਂ ਡਰਨ ਦੀ ਤੁਹਾਨੂੰ ਲੋੜ ਨਹੀਂ ਹੈ। ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ, ਜਦੋਂ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ, ਵਾਹਿਗੁਰੂ ਦੀ ਦਇਆ ਹੁੰਦੀ ਹੈ, ਤੇ ਬੰਦਾ ਜਿਹੜਾ ਐਸੇ ਡਰਾਂ ਤੋਂ ਖਲਾਸੀ ਪਾ ਲੈਂਦਾ, ਭਾਵ ਬਚ ਜਾਂਦਾ। ਗੁਰੂ ਦੇ ਕੋਲ ਬਹਿਣ ਨਾਲ ਹੀ ਐਸਾ ਜੀਵਨ ਬਣੇਗਾ, ਗੁਰੂ ਕੋਲ ਬਹਿਣ ਨਾਲ ਹੀ ਇਹ ਐਸੀ ਅਵਸਥਾ ਬਣੇਗੀ, ਉੱਚੀ ਅਵਸਥਾ ਬਣੇਗੀ। ਸਤਿਗੁਰੂ ਕਹਿੰਦੇ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ। ਹੁਣ ਵੇਖੋ ਕਿੰਨੀ ਕਮਾਲ ਦੀ ਇਹਦੇ ਵਿੱਚ ਗੱਲ ਕਹਿਤੀ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ। ਜਿਸ ਨੂੰ ਪ੍ਰਮਾਤਮਾ ਆਪ ਰੱਖਦਾ ਹੈ ਉਸ ਨੂੰ ਕਦੇ ਕੋਈ ਦੁੱਖ ਨਹੀਂ ਪਹੁੰਚਦਾ। ਜਿਹਦੇ ਉੱਤੇ ਪ੍ਰਮਾਤਮਾ ਮਿਹਰ ਦਾ ਹੱਥ ਰੱਖਦਾ ਹੈ ਉਹਨੂੰ ਕੋਈ ਦੁੱਖ ਨਹੀਂ ਲੱਗਦਾ ਹੈ। ਹੁਣ ਉਹ ਸ਼ਬਦ ਕਿੰਨਾ ਪਿਆਰਾ ਹੈ, ਜਿਹਦੀ ਮੈਂ ਕਈ ਵਾਰ ਵਿਆਖਿਆ ਵੀ ਕਰ ਚੁੱਕਾ ਹਾਂ, ਫੇਮਸ ਸ਼ਬਦ ਹੈ, ਜਿਸ ਕੇ ਸਿਰ ਊਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ। ਦੇਖੋ, ਜਿਹਦੇ ਸਿਰ ਦੇ ਉੱਤੇ ਸੁਆਮੀ ਆਪ ਹੋਵੇ, ਜਿਹਦੀ ਅਕਲ ਵਿੱਚ, ਜਿਹਦੀ ਸੋਚ ਵਿੱਚ ਉਹਦਾ ਵਾਸਾ ਹੋਵੇ, ਉਹ ਦੁਖੀ ਕਿੱਦਾਂ ਹੋਵੇਗਾ? ਕਿੱਦਾਂ ਦੁਖੀ ਹੋਵੇਗਾ? ਨਹੀਂ ਦੁਖੀ ਹੋਵੇਗਾ ਉਹ, ਕਿਉਂਕਿ ਉਹਨੂੰ ਸੱਚ ਦੀ ਸਮਝ ਆ ਚੁੱਕੀ ਹੁੰਦੀ ਹੈ। ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇਰੇ। ਕੋਈ ਡਰ ਨਹੀਂ, ਕੋਈ ਜਮਾਂ ਦਾ ਡਰ ਨਹੀਂ, ਕੋਈ ਵਿਕਾਰਾਂ ਦਾ ਡਰ ਨਹੀਂ, ਕਿਸੇ ਤੋਂ ਡਰਨ ਦੀ ਲੋੜ ਨਹੀਂ। ਜਿਹਦਾ ਰਖਵਾਲਾ ਆਪ ਗੋਬਿੰਦ ਰਾਏ ਹੈ ਉਹਨੂੰ ਕਦੇ ਵੀ ਕਿਸੇ ਚੀਜ਼ ਦਾ ਖਤਰਾ ਹੀ ਨਹੀਂ ਹੁੰਦਾ। ਖਤਰਾ ਹੈ ਆਪਣੇ ਆਪ ਤੋਂ। ਬੁਰਾਈਆਂ ਤੋਂ ਡਰੋ ਨਾ, ਬੁਰਾਈਆਂ ਦਾ ਟਾਕਰਾ ਕਰੋ। ਯਾਦ ਰੱਖਿਓ, ਜ਼ੁਲਮ ਤੋਂ ਭੱਜੋ ਨਾ, ਟਾਕਰਾ ਕਰੋ। ਜਦੋਂ ਅਸੀਂ ਇਹ ਸੋਚਦੇ, ਹੁਣ ਇੱਕ ਸਵਾਲ ਜਿਹੜਾ ਸਾਡੇ ਮਨ ਵਿੱਚ ਹਮੇਸ਼ਾ ਰਹਿੰਦਾ, ਗੁਰਬਾਣੀ 'ਚ ਮਨ ਨਹੀਂ ਲੱਗ ਰਿਹਾ, ਉਸ ਸਿਚੁਏਸ਼ਨ ਨੂੰ ਸਮਝੋ। ਜਿਹੜੇ ਕਹਿੰਦੇ ਮਨ ਨਹੀਂ ਲੱਗਦਾ, ਉਸ ਸਿਚੁਏਸ਼ਨ ਨੂੰ ਸਮਝੋ, ਲੱਗੇਗਾ। ਲਾਈਵ ਦੇ ਵਿੱਚ ਵੀ ਇੱਕ ਭੈਣ ਨੇ ਸਵਾਲ ਕੀਤਾ, ਮਨ ਨਹੀਂ ਲੱਗਦਾ ਸੁਖਮਨੀ ਸਾਹਿਬ ਵਿੱਚ ਜਾਂ ਹੋਰ ਬਾਣੀਆਂ 'ਚ, ਲੱਗੇਗਾ। ਜਿਹੜੀ ਚੀਜ਼ ਤੁਹਾਡੇ ਇਸ ਧਿਆਨ ਦੇ ਵਿੱਚ ਰੋੜਾ ਹੈ ਉਹਨੂੰ ਸਮਝੋ। ਜਿਹੜੀ ਚੀਜ਼ ਤੁਹਾਨੂੰ ਅੰਡਰਸਟੈਂਡ ਨਹੀਂ ਕਰਵਾ ਰਹੀ ਗੁਰੂ ਦੀ ਬਾਤ ਨੂੰ, ਉਹਨੂੰ ਸਮਝੋ। ਲੜੋ ਉਸ ਸਿਚੁਏਸ਼ਨ ਦੇ ਨਾਲ, ਘਬਰਾਓ ਨਾ, ਬਾਹਰ ਨਾ ਜਾਓ ਵੀ ਮਨ ਨਹੀਂ ਲੱਗਦਾ। ਲੱਗੇਗਾ ਮਨ, ਜਦੋਂ ਮਨ ਨੂੰ ਕੰਟਰੋਲ 'ਚ ਕਰ ਲੋਗੇ ਲੱਗੇਗਾ। ਮਨ ਅਜੇ ਸਾਡੇ ਹੱਥ ਵਿੱਚ ਨਹੀਂ ਆਇਆ, ਮਨ ਸਾਡੇ ਹੱਥ ਤੋਂ ਬਾਹਰ ਹੈ, ਮਨ ਸਾਡੇ ਆਪਣੇ ਆਪ ਤੋਂ ਬਾਹਰ ਹੈ। ਇਸ ਲਈ ਮਨ ਲੱਗਦਾ ਨਹੀਂ ਹੈ, ਮਨ ਨੂੰ ਲਾਉਣਾ ਪੈਣਾ, ਲਾਉਣਾ ਪਏਗਾ। ਜਦੋਂ ਲਾਓਗੇ ਫਿਰ ਹੀ ਲੱਗੇਗਾ। ਭੱਜਣਾ ਨਹੀਂ ਆਪਾਂ ਕਦੇ ਵੀ, ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਾ ਮੰਨਿਓ। ਦੁਨਿਆਵੀ ਤੌਰ 'ਤੇ ਵੀ ਮੈਂ ਕਹਿ ਦੇਵਾਂ, ਜੇਕਰ ਇੱਕ ਵਾਰ ਤੁਹਾਨੂੰ ਅਸਫਲਤਾ ਮਿਲਦੀ ਹੈ, 2 ਵਾਰ ਮਿਲਦੀ ਹੈ, ਤੀਸਰੀ ਵਾਰ ਮਿਲ ਜਾਏਗੀ ਸਫਲਤਾ ਵੀ। ਘਬਰਾਓ ਨਾ। ਕਦੇ ਵੀ ਕੋਈ ਇਨਸਾਨ ਸਭ ਕੁਝ ਇੱਕ ਵਾਰ ਨਹੀਂ ਪਾ ਲੈਂਦਾ, ਹੌਲੀ ਹੌਲੀ ਪਾਉਂਦਾ ਹੈ। ਕਿਸੇ ਚੀਜ਼ ਤੋਂ ਬਾਹਰ ਜਾ ਕੇ ਭੱਜਣ ਦੀ ਲੋੜ ਨਹੀਂ। ਰੱਬ ਦੇ ਵਿੱਚ ਜੀਓ, ਹਰ ਚੀਜ਼ ਮੁਕੰਮਲ ਹੋ ਜਾਏਗੀ, ਸਭ ਕੁਝ ਮਿਲੇਗਾ। ਅਗਲੀ ਗੱਲ, ਨਾਮ ਜਪਤ ਮਨ ਹੋਵਤ ਸੂਖ। ਜਦੋਂ ਅਸੀਂ ਵਾਹਿਗੁਰੂ ਦੇ ਗੁਣਾਂ ਨਾਲ ਸਾਂਝ ਪਾਵਾਂਗੇ, ਮਨ ਸੁਖੀ ਹੋਵੇਗਾ, ਮਨ ਦੇ ਵਿੱਚ ਆਨੰਦ ਪੈਦਾ ਹੋਵੇਗਾ। ਜਿਸ ਦਿਨ ਮਨ ਦੇ ਵਿੱਚ ਆਨੰਦ ਪੈਦਾ ਹੋ ਗਿਆ, ਇਹ ਤੁਹਾਨੂੰ ਇੱਕ ਦੇਖੋ ਲੱਗੂਗਾ ਫੁੱਲ ਖਿੜੇ ਹੋਏ ਹੈ, ਕੁਦਰਤ ਖਿੜੀ ਹੋਈ ਹੈ, ਆਨੰਦ ਹੀ ਆਨੰਦ ਹੈ। ਸਤਿਗੁਰੂ ਚਾਹੁੰਦੇ ਕੀ ਭਲਾ? ਸਤਿਗੁਰੂ ਆਹੀ ਚਾਹੁੰਦੇ ਆ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਸਤਿਗੁਰੂ ਕੀ ਚਾਹੁੰਦੇ? ਆ ਹੈ ਤੇਰਾ ਦਸਮ ਦਵਾਰ। ਦਿਮਾਗ ਦੀ ਗੱਲ ਹੈ। ਦਸਮ ਦਵਾਰ ਕਿਹਨੂੰ ਕਹਿੰਦੇ? ਦਿਮਾਗ ਨੂੰ। ਸਤਿਗੁਰੂ ਕਹਿੰਦੇ ਮੈਂ ਤੈਨੂੰ ਤੇਰੇ ਇਸ ਕਪਾਟ ਨੂੰ ਖੋਲ੍ਹਣਾ ਹੈ। ਇਸ ਜਗ੍ਹਾ ਦੇ ਉੱਤੇ ਕੋਈ ਤੀਸਰੀ ਅੱਖ ਨਹੀਂ ਹੁੰਦੀ। ਤੀਸਰੀ ਅੱਖ ਹੈ ਬੰਦੇ ਦੀ ਸੋਚ, ਬੰਦੇ ਦੀ ਸਮਝ। ਕੋਈ ਤੀਸਰੀ ਅੱਖ ਨਹੀਂ ਹੈ ਕਿ ਜਿਹਨੇ ਆ ਤੁਹਾਡੀ ਖੋਪੜੀ ਪਾੜ ਕੇ ਬਾਹਰ ਨਿਕਲਣਾ। ਤੀਸਰੀ ਅੱਖ ਤੁਹਾਡਾ ਗਿਆਨ ਹੈ, ਵਿਦਿਆ ਹੈ, ਸਮਝ ਹੈ, ਨੌਲੇਜ ਹੈ। ਗੁਰੂ ਕੀ ਕਹਿੰਦਾ ਹੈ? ਆਹ ਦਸਵਾਂ ਦਵਾਰ ਹੈ, ਇਹਨੂੰ ਖੋਲ। ਜਦੋਂ ਖੋਲੇਗਾ, ਦੇਖੋ ਸਾਰਾ ਬ੍ਰਹਿਮੰਡ ਤੁਹਾਡੇ ਵਿੱਚ ਜੀਏਗਾ, ਤੁਸੀਂ ਬ੍ਰਹਿਮੰਡ ਵਿੱਚ ਜੀਓਗੇ। ਤੁਹਾਨੂੰ ਲੱਗੇਗਾ ਤੁਸੀਂ ਸਭ ਕੁਝ ਜਾਣ ਲਿਆ, ਤੁਸੀਂ ਸਭ ਕੁਝ ਪਾ ਲਿਆ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸ਼ੇਖ ਦੇ ਮੁੰਡੇ ਨੂੰ ਕਿਹਾ ਸੀ ਕਿ ਮੈਂ ਤੈਨੂੰ ਦਿਖਾਉਣਾ ਕਿੰਨਾ ਕੁਝ ਹੈ, ਤੂੰ ਸਹਿਸ 18 ਤੱਕ ਸੀਮਤ ਹੋ ਗਿਆ, ਮੈਂ ਤੈਨੂੰ ਦਿਖਾਉਣਾ ਕਿੰਨਾ ਕੁਝ ਹੈ, ਕਿੰਨਾ ਕੁਝ ਹੈ ਪ੍ਰਮਾਤਮਾ ਨੇ ਪੈਦਾ ਕੀਤਾ। ਰੱਬ ਨੇ ਇੰਨਾ ਕੁਝ ਪੈਦਾ ਕੀਤਾ ਕਿ ਬੰਦਾ ਕਈ ਸਦੀਆਂ, ਹਜ਼ਾਰਾਂ ਸਾਲਾਂ ਤੱਕ ਲੱਗਾ ਰਵੇ, ਸਮਝ ਨਹੀਂ ਪਾਏਗਾ। ਭਾਵੇਂ 2 ਅਰਬ ਗਲੈਕਸੀਆਂ ਮਿਲ ਜਾਣ, ਉਹ ਤੋਂ ਬਾਅਦ ਵੀ ਲੱਭਦੀਆਂ ਰਹਿਣਗੀਆਂ।
ਕਿੰਨੇ ਚੰਦਰਮਾ ਲੱਭ ਚੁੱਕੇ ਹਾਂ ਆਪਾਂ, ਕਿੰਨੇ ਚੰਦਰਮਾ ਲੱਭ ਚੁੱਕੇ, ਕਿੰਨੇ ਸੂਰਜ ਲੱਭ ਚੁੱਕੇ ਹਾਂ, ਕਿੰਨੀਆਂ ਧਰਤੀਆਂ ਲੱਭ ਚੁੱਕੇ ਹਾਂ। ਡੈਡਲਾਈਨ ਆ ਗਈ? ਨਹੀਂ ਆਈ, ਨਹੀਂ ਆਏਗੀ, ਕਿਉਂਕਿ ਬੰਦਾ ਜਿੰਨਾ ਲੱਭੇਗਾ ਉਨਾ ਹੀ ਗਾਂ ਹੋਰ ਹੋਈ ਜਾਣਾ। ਜਿਵੇਂ ਸਤਿਗੁਰੂ ਨੇ ਕਿਹਾ ਕਿ ਬਹੁਤਾ ਕਹੀਏ ਬਹੁਤਾ ਹੋਏ, ਵਾਹਿਗੁਰੂ ਨੂੰ ਜਿੰਨਾ ਵੱਡਾ ਕਹੋਗੇ ਉਨਾ ਵੱਡਾ ਉਹਨੇ ਹੋਰ ਹੁੰਦਾ ਜਾਣਾ। ਮਨ ਨੂੰ ਸੁਖੀ ਬਣਾਓ, ਮਨ ਅੰਦਰ ਆਨੰਦ ਪੈਦਾ ਕਰੋ, ਤੁਹਾਡੇ ਆਪਣੀ ਆਪ ਹੀ ਇਹ ਖੋਪੜੀ ਖੁੱਲ੍ਹੇਗੀ, ਆਨੰਦ ਵਾਲਾ ਜੀਵਨ ਬਣੇਗਾ ਅਤੇ ਮਾਲਕ ਦੀ ਦਇਆ ਵਰਤੇਗੀ ਲਾਈਫ ਦੇ ਵਿੱਚ। ਚਿੰਤਾ ਜਾਏ, ਫਿਰ ਚਿੰਤਾਵਾਂ, ਡਿਪਰੈਸ਼ਨ ਘਟੇਗਾ, ਮਿਟੇ ਹੰਕਾਰ। ਹੰਕਾਰ ਵਾਲੀ ਜਿਹੜੀ ਬੁੱਧੀ ਹੈ ਨਾ, ਹੰਕਾਰ ਭਾਵ ਮੈਂ ਸਿਆਣਾ, ਮੈਂ ਸਿਆਣਾ, ਮੈਂ ਸਿਆਣਾ, ਮੈਂ ਹੀ ਸਭ ਕੁਝ ਹਾਂ, ਇਹ ਚੀਜ਼ ਖਤਮ ਹੋ ਜਾਏਗੀ। ਇਹੀ ਚੀਜ਼ ਮੂਰਖਤਾ ਪੈਦਾ ਕਰਦੀ ਹੈ, ਇਹੀ ਚੀਜ਼ ਮੂਰਖਤਾ ਪੈਦਾ ਕਰਦੀ ਹੈ। ਜਿਹੜਾ ਬੰਦਾ ਐਜੂਕੇਸ਼ਨ ਨੂੰ ਪਿਆਰ ਕਰਦਾ, ਗਿਆਨ ਨੂੰ ਪਿਆਰ ਕਰਦਾ, ਉਹ ਕਦੇ ਨਹੀਂ ਕਹਿੰਦਾ ਮੈਂ ਮੁਕੰਮਲ ਹੋ ਗਿਆ, ਉਹ ਕਹਿੰਦਾ ਮੈਂ ਨਵਾਂ ਸਿੱਖਣਾ, ਮੈਂ ਨਵਾਂ ਸਿੱਖਣਾ। ਜਿਹੜੇ ਬੰਦੇ ਨੂੰ ਇਹ ਸ਼ੌਂਕ ਹੋਵੇ ਮੈਂ ਨਵਾਂ ਸਿੱਖਣਾ, ਹੋਰ ਉਹ ਬੰਦਾ ਹੀ ਸਿਆਣਾ। ਜਿਹੜਾ ਬੰਦਾ ਕਹੇ ਮੈਨੂੰ ਪਤਾ ਲੱਗ ਗਿਆ, ਮੈਂ ਸਭ ਕੁਝ ਜਾਣਦਾ ਹਾਂ, ਮੇਰੇ ਤੋਂ ਸਿਆਣਾ ਕੋਈ ਨਹੀਂ, ਸਮਝ ਲਓ ਉਹ ਸਭ ਤੋਂ ਮਹਾਮੂਰਖ ਹੈ। ਐਸੇ ਬੰਦੇ ਦਾ ਕੁਝ ਨਹੀਂ ਹੋ ਸਕਦਾ ਦੁਨੀਆ ਦੇ ਵਿੱਚ। ਸਤਿਗੁਰੂ ਕਹਿੰਦੇ ਤਿਸ ਜਨ ਕੋ ਕੋਏ ਨਾ ਪਹੁੰਚਨਹਾਰ, ਉਸ ਬੰਦੇ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਜਿਹਦੀ ਐਸੀ ਸੋਚ ਬਣ ਜਾਂਦੀ ਹੈ। ਸਿਰ ਉੱਪਰ ਠਾਂਡਾ ਗੁਰਸੂਰਾ, ਫਿਰ ਉਹਦੇ ਸਿਰ ਦੇ ਉੱਤੇ ਕਿਉਂਕਿ ਪੂਰਾ ਸਤਿਗੁਰੂ, ਮੁਕੰਮਲ ਸਤਿਗੁਰੂ ਖਲੋਤਾ ਰਹਿੰਦਾ, ਭਾਵ ਕਿ ਐਸੀ ਸੋਚ ਵਾਲੇ ਇਨਸਾਨ ਦਾ ਰਖਵਾਲਾ ਗੁਰੂ ਆ ਬਣ ਜਾਂਦਾ। ਨਾਨਕ ਤਾਂ ਕਿ ਕਾਰਜ ਪੂਰਾ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਫਿਰ ਉਹਦੇ ਸਾਰੇ ਕਾਰਜ ਜਿਹੜੇ ਹੁੰਦੇ ਨੇ ਉਹ ਫਿਰ ਸਤਿਗੁਰੂ ਆਪ ਰਾਸ ਕਰ ਦਿੰਦਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਤੋਟ ਨਾ ਆਵੀ ਖਾਏ ਖਰਚ ਲਹੰਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ। ਕਿਸੇ ਚੀਜ਼ ਦੀ ਲੋੜ ਹੀ ਨਹੀਂ। ਮੇਰਾ ਅੰਤਰਜਾਮੀ ਸਤਿਗੁਰੂ ਮੇਰੇ ਵੱਲ ਹੈ, ਮੇਰਾ ਗੁਰੂ ਮੇਰੇ ਵੱਲ ਹੈ, ਮੈਨੂੰ ਕਿਉਂ ਕਮੀ ਕਿਸੇ ਚੀਜ਼ ਦੀ? ਮੈਂ ਤਾਂ ਮੰਗ ਕਰਾਂ ਨਾ ਜਦੋਂ ਗੁਰੂ ਮੇਰੇ ਵੱਲ ਨਹੀਂ। ਹੁਣ ਵੇਖੋ ਗੁਰੂ ਸਿਰ ਦੇ ਉੱਤੇ ਆ ਗਿਆ, ਠਾਂਡਾ ਗੁਰਸੂਰਾ ਆ ਗਿਆ ਨਾ, ਗੁਰੂ ਖਲੋ ਗਿਆ ਤੁਹਾਡੇ ਸਿਰ ਤੇ, ਗੁਰੂ ਖਲੋ ਗਿਆ ਤੁਹਾਡੀ ਸੁਰਤ ਵਿੱਚ, ਗੁਰੂ ਨਾਲ ਤੁਹਾਡੇ ਖੜ ਗਿਆ, ਫਿਰ ਕਮੀ ਕੋਈ ਨਹੀਂ। ਇਤਿਹਾਸ ਪੜ੍ਹ ਕੇ ਵੇਖਿਓ ਆਪਣਾ, ਪਿੱਛੇ ਜਾ ਕੇ ਮਿਸਲਾਂ ਦਾ ਸਮਾਂ ਪੜ੍ਹ ਕੇ ਵੇਖਿਓ, ਕਿੰਨੇ ਮੁਸ਼ਕਲਾਂ ਦੇ ਵਿੱਚ ਸਿੱਖ ਰਹੇ, ਪਰ ਕੋਈ ਵੀ ਗੁਰੂ ਦਾ ਸਿੱਖ ਇਹ ਨਹੀਂ ਕਹਿੰਦਾ ਰਿਹਾ ਮੈਂ ਇਕੱਲਾ, ਉਹ ਕਹਿੰਦਾ ਮੇਰਾ ਗੁਰੂ ਮੇਰੇ ਨਾਲ ਹੈ। ਜੰਗਲਾਂ ਵਿੱਚ ਬੱਚੇ ਹੋਣੇ, ਜੰਗਲਾਂ ਦੇ ਵਿੱਚ ਹੀ ਮਰ ਮੁੱਕ ਜਾਣਾ, ਜੰਗਲਾਂ ਵਿੱਚ ਹੀ ਲੜਾਈਆਂ ਝਗੜੇ ਹੋਣੇ, ਜੰਗਲਾਂ 'ਚ ਖਾਣਾ ਪੀਣਾ, ਇਕੱਠੇ ਰਹਿਣਾ, ਇਹਦੇ ਬਾਵਜੂਦ ਵੀ ਇਹਨੇ ਦੁੱਖ ਝੱਲਣੇ ਤੇ ਕਹਿਣਾ ਮੇਰਾ ਗੁਰੂ ਮੇਰੇ ਨਾਲ ਹੈ। ਵੇਖੋ ਹਜ਼ਾਰਾਂ ਸਿੱਖ ਰੋਜ਼ਾਨਾ ਸ਼ਹੀਦ ਹੋਣੇ, ਫਿਰ ਵੀ ਕਹਿਣਾ ਸਤਿਗੁਰੂ ਸਾਡੇ ਨਾਲ ਹੈ, ਸਤਿਗੁਰੂ ਸਾਡੇ ਨਾਲ ਹੈ। ਜਿਨ੍ਹਾਂ ਦੀ ਸੋਚ ਐਸੀ ਹੋਵੇ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਮਰਦੇ ਉਹੀ ਹੈ ਜਿਹੜੇ ਇਹ ਸਮਝਦੇ ਹੈ ਵੀ ਆਪਾਂ ਸ਼ਾਇਦ ਜ਼ਿਆਦਾ ਸਿਆਣੇ ਆ, ਸਭ ਕੁਝ ਕਰ ਸਕਦੇ ਆ। ਜਿਹੜੇ ਨਿਮਾਣੇ ਹੁੰਦੇ ਨੇ, ਨਤਾਣੇ ਹੁੰਦੇ ਨੇ, ਹੱਥ ਜੋੜ ਕੇ ਕਹਿੰਦੇ ਮਾਲਕਾ ਤੇਰੇ ਤੋਂ ਬਗੈਰ ਸਹਾਰਾ ਹੀ ਕੋਈ ਨਹੀਂ। ਮੈਂ ਜਿਵੇਂ ਇੱਕ ਨਾ ਕਵਿਤਾ ਲਿਖੀ ਸੀ, ਉਹਦੇ 'ਚ ਮੈਂ ਕੁਝ ਪਹਿਰੇ ਵਰਤੇ ਸੀ। ਮੇਰੇ ਪਹਿਰੇ ਸੀ, ਇੱਕ ਤੇਰੇ ਤੋਂ ਬਗੈਰ ਸਾਡਾ ਕਿਹੜਾ ਏ ਸਹਾਰਾ, ਤੂੰ ਹੀ ਕਿਸ਼ਤੀਆਂ ਸਾਡੀ, ਤੂੰ ਹੀ ਸਾਡਾ ਏ ਕਿਨਾਰਾ, ਸਾਨੂੰ ਡੁੱਬਣੋਂ ਬਚਾਊ ਕਿਹੜਾ ਹੋਰ ਸੱਜਣਾ, ਤੇਰੀ ਰੱਬ ਤੋਂ ਵੀ ਵੱਧ ਸਾਨੂੰ ਲੋੜ ਸੱਜਣਾ। ਹੁਣ ਇਹਦਾ ਮੀਨਿੰਗ ਗਲਤ ਨਾ ਲੈ ਜਿਓ, ਮੇਰਾ ਸੱਜਣ ਤਾਂ ਗੁਰੂ ਨਾਨਕ ਹੈ। ਹੇ ਗੁਰੂ ਨਾਨਕ, ਇੱਕ ਤੇਰੇ ਤੋਂ ਬਗੈਰ ਸਾਡਾ ਕਿਹੜਾ ਇਹ ਸਹਾਰਾ, ਕੋਈ ਸਹਾਰਾ ਨਹੀਂ, ਤੂੰ ਹੀ ਕਿਸ਼ਤੀਆਂ ਸਾਡੀ, ਤੂੰ ਹੀ ਸਾਡਾ ਇਹ ਕਿਨਾਰਾ, ਤੂੰ ਹੀ ਸਾਡਾ ਕਿਨਾਰਾ ਹੈ, ਤੂੰ ਹੀ ਸਾਡੀ ਬੇੜੀ ਹੈ, ਕਿਸ਼ਤੀ ਵੀ ਤੂੰ ਹੀ ਹੈ। ਸਾਨੂੰ ਡੁੱਬਣੋਂ ਬਚਾਊ, ਜਦੋਂ ਆਪਾਂ ਡੁੱਬਣ ਲੱਗੇ ਕੌਣ ਬਚਾਊ, ਸਾਨੂੰ ਡੁੱਬਣੋਂ ਬਚਾਊ ਕਿਹੜਾ ਹੋਰ ਸੱਜਣਾ, ਮੇਰਿਆ ਸੱਜਣਾ ਮੇਰੇ ਸਤਿਗੁਰਾ ਕੌਣ ਬਚਾਊਗਾ, ਤੇਰੀ ਰੱਬ ਤੋਂ ਵੀ ਵੱਧ ਸਾਨੂੰ ਲੋੜ ਸੱਜਣਾ, ਤੇਰੀ ਤਾਂ ਰੱਬ ਤੋਂ ਵੀ ਜ਼ਿਆਦਾ ਜ਼ਰੂਰਤ ਹੈ, ਰੱਬ ਬਾਅਦ ਵਿੱਚ ਹੈ, ਤੂੰ ਪਹਿਲਾਂ ਹੈ, ਕਿਉਂਕਿ ਤੇਰੇ ਥਰੂ ਰੱਬ ਨੂੰ ਪਾਉਣਾ ਮੈਂ, ਤੇਰੇ ਥਰੂ ਰੱਬ ਨੂੰ ਲੱਭਣਾ ਮੈਂ। ਸੋ ਆਓ ਸਤਿਗੁਰੂ ਨੂੰ ਪਿਆਰ ਕਰੀਏ, ਸਤਿਗੁਰੂ ਦੇ ਚਰਨੀ ਲੱਗੀਏ, ਸਤਿਗੁਰੂ ਦਾ ਆਸ਼ੀਰਵਾਦ ਲਈਏ ਤੇ ਸੁਖਮਣੀ ਸਾਹਿਬ ਦੇ ਇਹ ਬਚਨ ਹਮੇਸ਼ਾ ਪੱਲੇ ਬਣ ਕੇ ਰੱਖੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।